ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਾਰੀ ਕੌਮ ਨੂੰ ਅਸੀਂ ਸੁਚੇਤ ਕਰਤਾ, ਆਦੇਸ਼ ਦੇ ਦਿੱਤਾ ਕਿ ਅੱਜ ਤੋਂ ਬਾਅਦ ਇਕਬਾਲ ਦੇ ਨਾਲ ਕੋਈ ਵੀ ਸਿੱਖ ਜਿਹੜਾ ਹੈ ਉਹ ਆਪਣੀ ਰੋਟੀ ਬੇਟੀ ਦੀ ਸਾਂਝ ਨਾ ਰੱਖੇ। ਅਗਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਇਹਨੂੰ ਗਿਆਨੀ ਨਹੀਂ ਕਹਿਣਾ, ਇਕਬਾਲ ਆ। ਤੁਸੀਂ ਵੀ ਅੱਜ ਤੋਂ ਬਾਅਦ ਇਹਨੂੰ ਇਕਬਾਲ ਹੀ ਕਹੋਗੇ। ਕੱਲ੍ਹ ਨੂੰ ਇਕਬਾਲ ਦਾਸ ਰੱਖ ਲਵੇ, ਇਕਬਾਲ ਰਾਮ ਰੱਖ ਲਵੇ, ਜੋ ਮਰਜ਼ੀ ਰੱਖ ਲਵੇ, ਇਕਬਾਲ ਮਸੀਹ ਰੱਖ ਲਵੇ, ਜੋ ਮਰਜ਼ੀ ਰੱਖ ਲਵੇ, ਸਾਨੂੰ ਨਹੀਂ ਪਤਾ। ਅਸੀਂ ਉਹਨੂੰ ਖੁੱਲ੍ਹ ਦੇਤੀ ਹੈ। ਅੱਜ ਕਿਉਂ, ਕਿਹਦੇ ਇਸ਼ਾਰੇ 'ਤੇ, ਕਿਹਦੀ ਛਹਿ 'ਤੇ ਇਹ ਜਿਹੜਾ ਬਿਆਨ ਆ ਉਹਨਾਂ ਨੇ ਅੱਜ ਕੌਮ ਦੇ ਵਿੱਚ ਦੁਬਦਾ ਪੈਦਾ ਕਰਨ ਵਾਸਤੇ ਦਿੱਤਾ ਹੈ। ਅਤੇ ਕੀ ਉਹ ਸਮਝਦਾ ਕਿ ਕੌਮ ਸੌਂ ਗਈ ਹੈ, ਕੌਮ ਖਤਮ ਹੋ ਗਈ ਹੈ, ਕੌਮ ਮਰ ਗਈ ਹੈ? ਬਿਲਕੁਲ ਨਹੀਂ। ਅਸੀਂ ਜਾਗਦੇ ਹਾਂ, ਖਾਸ ਕਰਕੇ ਉਹਨਾਂ ਦਾ ਜਥੇਦਾਰ ਜਾਗਦਾ ਹੈ। क्योंकि गुरु गोविंद सिंह जी मर्यादा पुरुषोत्तम रामचंद्र जी के जो बड़े पुत्र लव थे, उनके वंशज हैं गुरु गोविंद सिंह जी। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ। ਅੰਗ ਗਲੀਆਂ ਤੇ ਰੂੜੀਆਂ 'ਚ ਖਿਲਾਰ ਦਿੱਤੇ। ਨਾ ਕਿਸੇ ਜਥੇਦਾਰ ਨੇ, ਨਾ ਕਿਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਨਾ ਪ੍ਰਧਾਨ, ਨਾ ਪੂਰੀ ਕਮੇਟੀ ਨੇ ਕੋਈ ਰੋਸ ਨਹੀਂ ਕੀਤਾ। ਖੰਡਾ ਫੜ ਕੇ ਮੈਦਾਨ 'ਚ ਤਾਂ ਆਉਣਾ ਹੀ ਕਿਹੜੀ ਗੱਲ ਸੀ। ਬਰਗਾੜੀ ਦਾ ਮੋਰਚਾ 6.5 ਮਹੀਨੇ ਚੱਲਿਆ। ਕਿਸੇ ਨੂੰ ਝਰੀਟ ਆਈ ਤਾਂ ਦੱਸੋ, ਕਿਸੇ ਦਾ ਨੁਕਸਾਨ ਹੋਇਆ ਤਾਂ ਦੱਸੋ, ਉਹਦੇ ਫਾਇਦੇ ਹੋਏ ਕਿ ਨਹੀਂ ਹੋਏ, ਬਾਅਦ 'ਚ ਕਰਾਂ ਗੱਲ। ਜਰਨੈਲ ਆਪਣੇ ਫੈਸਲੇ ਲੈਂਦੇ ਨੇ, ਪਿੱਛੇ ਵੀ ਪੈਰ ਰੱਖਦੇ ਨੇ, ਅੱਗੇ ਵੀ ਆਉਂਦੇ ਨੇ, ਪਰ ਹਾਰ ਨਹੀਂ। ਅਸੀਂ 6 ਤਰੀਕ ਦਿੱਤੀ ਹੋਈ ਹੈ ਸਰਦਾਰ ਸਾਹਿਬ, 6 ਸਤੰਬਰ ਦਿੱਤਾ ਹੋਇਆ। ਮੈਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੁਸੀਂ ਭਲੀਭਾਲ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਇੱਕ ਵਿਵਾਦਤ ਬਿਆਨ ਦਿੱਤਾ ਸੀ ਗਿਆਨੀ ਇਕਬਾਲ ਸਿੰਘ ਨੇ। ਗਿਆਨੀ ਇਕਬਾਲ ਸਿੰਘ ਨੇ ਸਿੱਖਾਂ ਨੂੰ ਲਵ ਕੁਸ਼ ਦੀ ਲਾਤ ਦੱਸਿਆ ਸੀ। ਉਸ ਤੋਂ ਬਾਅਦ ਦੇ ਵਿੱਚ ਵੱਖੋ ਵੱਖਰੇ ਜਥੇਬੰਦੀਆਂ ਵੱਲੋਂ ਆਪਣੇ ਫੈਸਲੇ ਸੁਣਾਏ ਗਏ ਅਤੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ। ਜਥੇਦਾਰ ਨੇ ਇੱਕ ਆਪਣਾ ਵੱਖਰਾ ਫੈਸਲਾ ਸੁਣਾਇਆ ਸੀ ਕਿ ਅਸੀਂ ਕੁਝ ਦਿਨਾਂ ਦੇ ਵਿੱਚ ਇੱਕ ਸਪਸ਼ਟੀਕਰਨ ਲੈਣਾ ਚਾਹੁੰਦੇ। ਉਹਨਾਂ ਦਾ ਜੇ ਸਪਸ਼ਟੀਕਰਨ ਦੇਣਗੇ ਤਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਊਗੀ। ਪਰ ਅੱਜ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ ਅਤੇ ਸਿੰਘ ਸਾਹਿਬ ਧਿਆਨ ਸਿੰਘ ਮੰਡ ਅੱਜ ਫਿਰ ਅਕਾਲ ਤਖਤ ਸਾਹਿਬ 'ਤੇ ਪਹੁੰਚੇ ਹੈਗੇ ਆ। ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਜਿਹੜਾ ਫੈਸਲਾ ਕੀ ਹੈਗਾ ਵਾ ਉਹਨਾਂ ਦਾ, ਕਿਉਂਕਿ ਗਿਆਨੀ ਇਕਬਾਲ ਸਿੰਘ ਬਾਰੇ ਕੀ ਫੈਸਲਾ ਲਿਆ। ਸਿੰਘ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਅਕਾਲ ਚੈਨਲ ਆ, ਜੋ ਮੈਂ ਆਪਣੇ ਹਿਸਾਬ ਨਾਲ ਤੁਹਾਨੂੰ ਦੱਸਾਂ, ਇਹ ਕੌਮ ਦਾ, ਪੰਥ ਦਾ ਇੱਕ ਉਹ ਚੈਨਲ ਹੋ ਨਿਬੜਿਆ ਹੈ। ਔਰ ਉਸ ਸਮੇਂ ਇਹਨੇ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾ ਕੇ ਆਪਣੀ ਜਿਹੜੀ ਆਵਾਜ਼ ਆ ਉਹਨੂੰ ਲੋਕਾਂ ਦੀ ਆਵਾਜ਼ ਬਣਾਇਆ, ਜਾਂ ਲੋਕਾਂ ਦੀ ਆਵਾਜ਼ ਨੂੰ ਦੁਨੀਆ ਦੀ ਆਵਾਜ਼ ਬਣਾਇਆ। ਮੈਂ ਉਹਦਾ ਧੰਨਵਾਦ ਕਰਦਾ। 6.5 ਮਹੀਨੇ ਮੇਰੇ ਰੂਬਰੂ ਹਰ ਰੋਜ਼ ਪਲ ਪਲ ਦੀ ਖਬਰ ਇਹ ਪਹੁੰਚਾਉਂਦਾ ਰਿਹਾ। ਮੈਂ ਅਰਦਾਸ ਕਰਦਾ, ਅੱਜ ਹਰਿਮੰਦਰ ਸਾਹਿਬ ਦੇ ਸਾਹਮਣੇ ਪੂਰੀ ਸੰਗਤ ਖੜੀ ਹੈ, ਮੈਂ ਵੀ ਖੜਾ। ਮੈਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਪੰਥ ਦੀ ਚੜ੍ਹਦੀ ਕਲਾ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਇਹੋ ਜਿਹੇ ਜਿਹੜੇ ਪੰਥਕ ਜਾਂ ਲੋਕ ਪੱਖੀ ਜਿਹੜੇ ਚੈਨਲ ਨੇ ਜਾਂ ਜੋ ਮਾਧਿਅਮ ਆ, ਉਹਨੂੰ ਚੜ੍ਹਦੀ ਕਲਾ ਬਖਸ਼, ਉਹਦੀ ਤਰੱਕੀ ਕਰ, ਤਾਂ ਕਿ ਜਿਹੜਾ ਕੂੜ ਦਾ ਪਸਾਰਾ ਜਿਹੜਾ ਹੈ ਉਹਨੂੰ ਅਸੀਂ ਪਾਸੇ ਕਰਕੇ ਇੱਕ ਸਾਫ਼ ਸੁਥਰਾ ਸਿਸਟਮ, ਇੱਕ ਸਾਫ਼ ਸੁਥਰਾ ਪ੍ਰਬੰਧ, ਭਾਵੇਂ ਉਹ SGPC ਹੋਵੇ, ਭਾਵੇਂ ਉਹ ਆਮ ਲੋਕ ਹੋਣ, ਰਾਜਨੀਤਿਕ ਤੌਰ ਦੇ ਉੱਤੇ ਅਤੇ ਧਾਰਮਿਕ ਤੌਰ ਦੇ ਉੱਤੇ ਜਿਹੜੀ ਲੋਕ ਅਕਸਰ ਡਿਮਾਂਡ ਕਰਦੇ ਥੱਕ ਕੇ, ਹੰਭ ਕੇ, ਚੂਰ ਹੋ ਕੇ ਬਹਿ ਗਏ ਨੇ। ਅਸੀਂ ਜਿਹੜੀ ਉਹਨਾਂ ਦੀ ਭਾਵਨਾਵਾਂ ਉਹ ਜਿਹੜੀ ਹੈ ਉਹ ਸਾਹਮਣੇ ਆਵੇ ਅਤੇ ਉਹਦੇ ਮੁਤਾਬਕ ਫੈਸਲੇ ਹੋਣ। ਮੈਂ ਧੰਨਵਾਦ ਕਰਦਾ। ਦੇਖੋ ਜੀ, ਮੈਨੂੰ ਸਰਬੱਤ ਖਾਲਸੇ ਨੇ ਕਾਰਜਕਾਰੀ ਜਥੇਦਾਰ ਦੀ ਸੇਵਾ ਦਿੱਤੀ ਹੈ, ਔਰ ਮੈਨੂੰ ਸਮਝ ਹੋਣੀ ਚਾਹੀਦੀ ਹੈ ਕਿ ਮੈਂ ਇੱਕ ਬੰਦਾ ਨਹੀਂ ਰਿਹਾ, ਮੈਂ ਉਸ ਤਖਤ ਦਾ ਨਿਮਾਣਾ ਸੇਵਾਦਾਰ ਹਾਂ, ਜਿਹੜਾ ਤਖਤ ਸਰਵਉੱਚ ਹੈ, ਜਿਹੜਾ ਤਖਤ ਕਦੀ ਝੁਕਿਆ ਨਹੀਂ,
ਜਿਹੜਾ ਤਖਤ ਸਾਰੇ ਦੁਨਿਆਵੀ ਤਖਤਾਂ ਨਾਲੋਂ ਬਹੁਤ ਉੱਚਾ ਰੁਤਬਾ ਰੱਖਦਾ ਹੈ, ਜਿਹੜਾ ਰੂਹਾਨੀਅਤ ਦਾ ਪਾਤਸ਼ਾਹੀ ਤਖਤ ਆ, ਔਰ ਇੱਥੇ ਸੱਚ ਤੇ ਹੱਕ ਦੇ ਫੈਸਲੇ ਹੋਏ ਨੇ। ਇੱਥੇ ਪੱਖਵਾਦ ਨਹੀਂ ਹੋਇਆ, ਇੱਥੇ ਕਿਸੇ ਦੇ ਨਾਲ ਵਿਤਕਰਾ ਨਹੀਂ ਹੋਇਆ, ਇੱਥੇ ਇਨਸਾਫ ਹੋਇਆ, ਇੱਥੇ ਫੈਸਲੇ ਹੋਏ ਨੇ, ਉਹ ਵੀ ਗੁਰਮਤਿ ਦੀ ਰੋਸ਼ਨੀ ਦੇ ਵਿੱਚ। ਤੇ ਉਸ ਤਖਤ ਦੀ ਦਾਸ ਨੂੰ ਸੇਵਾ ਮਿਲੀ ਹੈ। ਤੁਸੀਂ ਇਕਬਾਲ ਦਾ ਮੇਰੇ ਨਾਲ, ਹੁਣ ਮੈਂ ਇਹਨੂੰ ਗਿਆਨੀ ਨਹੀਂ ਕਹਿਣਾ, ਇਕਬਾਲ ਆ, ਤੁਸੀਂ ਵੀ ਅੱਜ ਤੋਂ ਬਾਅਦ ਇਹਨੂੰ ਇਕਬਾਲ ਹੀ ਕਹੋਗੇ। ਕੱਲ ਨੂੰ ਇਕਬਾਲ ਦਾਸ ਰੱਖ ਲਵੇ, ਇਕਬਾਲ ਰਾਮ ਰੱਖ ਲਵੇ, ਜੋ ਮਰਜ਼ੀ ਰੱਖ ਲਵੇ, ਇਕਬਾਲ ਮਸੀਹ ਰੱਖ ਲਵੇ, ਜੋ ਮਰਜ਼ੀ ਰੱਖ ਲਵੇ, ਸਾਨੂੰ ਨਹੀਂ ਪਤਾ। ਅਸੀਂ ਉਹਨੂੰ ਖੁੱਲ੍ਹ ਦੇਤੀ ਹੈ। ਉਹ ਇਹ ਸੱਚੇ ਸੁੱਚੇ ਰੁਤਬਿਆਂ ਦੇ ਉੱਤੇ ਬਿਰਾਜਮਾਨ ਰਿਹਾ ਸੀ, ਪਰ ਪਤਾ ਨਹੀਂ ਕਿਹੜੀ ਹਵਾ ਦੇ ਵਿੱਚ, ਕਿਹੜੀ ਦੌੜ ਦੇ ਵਿੱਚ, ਕਿਹੜੇ ਹੰਕਾਰ ਦੇ ਵਿੱਚ, ਜਾਂ ਕਿਹੜੇ ਚਾਅ ਦੇ ਵਿੱਚ, ਜਾਂ ਕਿਹੜੇ ਸ਼ੌਂਕ ਦੇ ਵਿੱਚ ਉਹਨਾਂ ਨੇ ਜਥੇਦਾਰੀ ਕੀਤੀ। ਇਹ ਤਾਂ ਜਵਾਬ ਉਹ ਦੇਣਗੇ। ਅੱਜ ਨਹੀਂ ਦਿੱਤਾ, ਨਹੀਂ ਆਏ, ਅੱਜ ਕਾਰਵਾਈ ਹੋਈ ਆ। ਅੱਜ ਜਿਹੜੇ ਵਿਵਾਦਤ ਗੱਲਾਂ ਤੁਸੀਂ ਮੇਰੇ ਨਾਲ ਕਰ ਰਹੇ ਹੋ, ਹੁਣ ਮੈਂ ਅਕਾਲ ਤਖਤ ਦਾ ਜਥੇਦਾਰ ਹਾਂ। ਅਗਰ ਕੋਈ ਮੈਨੂੰ ਮਨ ਵਿੱਚ ਸ਼ੰਕਾ ਹੈ, ਮੈਂ ਸਾਰੀ ਕੌਮ ਨੂੰ ਇੱਥੇ ਸੱਦਾਂ, ਸਾਰੇ ਪੰਥ ਨੂੰ ਸੱਦਾਂ, ਉਹਦੀਆਂ 10 15 20 50 100 ਮੀਟਿੰਗਾਂ 6 ਮਹੀਨੇ ਸਾਲ ਤੱਕ ਕਰਾਂ। ਜੇ ਉਹ ਵਿਵਾਦ ਮੈਨੂੰ ਲੱਗਦਾ ਹੈ ਕਿ ਇਹ ਗਲਤ ਆ, ਤੇ ਅਗਰ ਕੌਮ ਥੋੜ੍ਹਾ ਜਿਹਾ ਪਾਸਾ ਵੀ ਵੱਟਦੀ ਆ, ਤੇ ਫਿਰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤਖਤ ਦਾ ਸੇਵਾਦਾਰ ਹਾਂ। ਫਿਰ ਮੈਂ ਕਹਾਂ ਵੀ ਸਾਧ ਸੰਗਤ ਜੀ, ਕੌਮ ਜੀ, ਆਹ ਗੱਲ ਗਲਤ ਹੈ। ਅਗਰ ਇਸ ਤਰ੍ਹਾਂ ਦੀ ਗੱਲ ਕੋਈ ਹੈ ਸੀ, ਤੇ ਇਸ ਇਕਬਾਲ ਨੇ ਜਦੋਂ ਇਹ ਸੇਵਾ ਦਾ ਮੌਕਾ ਸੰਗਤ ਨੇ ਦਿੱਤਾ ਸੀ, ਕਿਉਂ ਨਹੀਂ ਕਹੀ? ਅੱਜ ਕਿਉਂ, ਕਿਹਦੇ ਇਸ਼ਾਰੇ ਤੇ, ਕਿਹਦੀ ਛਹਿ ਤੇ ਇਹ ਜਿਹੜਾ ਬਿਆਨ ਆ ਉਹਨਾਂ ਨੇ ਅੱਜ ਕੌਮ ਦੇ ਵਿੱਚ ਦੁਬਦਾ ਪੈਦਾ ਕਰਨ ਵਾਸਤੇ ਦਿੱਤਾ ਹੈ? ਤੇ ਕੀ ਉਹ ਸਮਝਦਾ ਕਿ ਕੌਮ ਸੌਂ ਗਈ ਹੈ, ਕੌਮ ਖਤਮ ਹੋ ਗਈ ਹੈ, ਕੌਮ ਮਰ ਗਈ ਹੈ? ਬਿਲਕੁਲ ਨਹੀਂ। ਅਸੀਂ ਜਾਗਦੇ ਆ, ਖਾਸ ਕਰਕੇ ਉਹਨਾਂ ਦਾ ਜਥੇਦਾਰ ਜਾਗਦਾ ਹੈ, ਤੇ ਉਹ ਨਹੀਂ ਆਇਆ। ਅੱਜ ਅਸੀਂ ਉਹਦੇ ਨਾਂ ਦੇ ਨਾਲੋਂ ਸਿੰਘ ਜਿਹੜਾ ਹੈ, ਸਿੰਘ ਜਥੇਦਾਰ ਤੇ ਗਿਆਨੀ, ਅਸੀਂ ਵਾਪਸ ਲੈ ਲਿਆ। ਉਹ ਪੰਥ ਦਾ ਹਿੱਸਾ ਨਹੀਂ ਰਿਹਾ, ਉਹਨੂੰ ਅਸੀਂ ਪੰਥ ਚੋਂ ਬਾਹਰ ਕਰ ਦਿੱਤਾ ਹੈ। ਅਗਰ ਉਹ ਸਪਸ਼ਟ ਕਰਦਾ ਇੱਥੇ ਆ ਕੇ, ਮੈਂ ਲੰਮੀ ਬਹਿਸ ਕਰਨ ਨੂੰ ਤਿਆਰ ਸੀਗਾ, ਮੈਂ ਤਿਆਰ ਹੋ ਕੇ ਆਇਆ ਸੀ ਘਰੋਂ। ਮੈਂ ਕਿਹਾ ਕਿਤੇ ਮੌਕਾ ਮਿਲੇ, ਇਕਬਾਲ ਉੱਥੇ ਆਵੇ ਔਰ ਆ ਕੇ ਮੈਨੂੰ ਦੱਸੇ, ਸਮਝਾਵੇ ਕਿ ਗੱਲ ਕੀ ਹੈ, ਫਿਰ ਮੈਂ ਦੱਸਾਂ ਕਿ ਰੌਲਾ ਕਿਸ ਗੱਲ ਦਾ। ਪਰ ਉਹ ਨਹੀਂ ਆਇਆ। ਸਾਰੀ ਕੌਮ ਨੂੰ ਅਸੀਂ ਸੁਚੇਤ ਕਰਤਾ, ਆਦੇਸ਼ ਦੇ ਦਿੱਤਾ ਹੈ ਕਿ ਅੱਜ ਤੋਂ ਬਾਅਦ ਇਕਬਾਲ ਦੇ ਨਾਲ ਕੋਈ ਵੀ ਸਿੱਖ ਜਿਹੜਾ ਹੈ, ਉਹ ਆਪਣੀ ਰੋਟੀ ਬੇਟੀ ਦੀ ਸਾਂਝ ਨਾ ਰੱਖੇ। ਅਗਰ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਤਾਂ, ਜੇ ਕੋਈ ਆਪਣੀ ਮਨਮਰਜ਼ੀ, ਉਹਦਾ ਪੱਖਵਾਦ, ਉਹਦੀ ਪਾਰਟੀਬਾਜ਼ੀ ਦੇ ਮੁਤਾਬਕ ਉਹਦੀ ਗੱਲ ਕਰਦਾ, ਉਹ ਸਿੱਖ ਕੌਮ ਦਾ ਹਿੱਸਾ ਨਹੀਂ ਸਮਝਿਆ ਜਾਊਗਾ। ਅਕਾਲ ਤਖਤ ਦਾ ਫੈਸਲਾ ਮਹਾਨ ਹੁੰਦਾ, ਉਹ ਹੋ ਗਿਆ, ਇਹ ਵਾਪਸ ਨਹੀਂ ਹੋ ਸਕਦਾ। ਇਹ ਦੂਸਰੇ ਜਥੇਦਾਰਾਂ ਵਾਲੀ ਗੱਲ ਨਹੀਂ, ਕਦੀ ਹੁਕਮਨਾਮੇ ਲਓ ਤੇ ਕਦੀ ਵਾਪਸ ਲੈ ਲਓ। ਇੱਥੋਂ ਤਾਂ ਜੋ ਹੋ ਗਿਆ ਉਹ ਹੀ ਰਹੂਗਾ। ਆਰਐਸ ਦਾ ਹੁਕਮਨਾਮਾ ਲਿਆ ਸੀ ਕਿ ਜਿਹੜਾ ਉਹਨਾਂ ਦੀ ਸਟੇਜ ਸਾਂਝੀ ਕਰੂਗਾ, ਤੇ ਆਪ ਹੀ ਉਹਨਾਂ ਸਟੇਜਾਂ ਤੇ ਸਾਂਝੀ ਕਰਦੇ ਵੀ ਰਹੇ ਹੁਣ ਤੱਕ। ਮੈਂ ਇਹੀ ਅੱਗੇ ਗੱਲ ਕਹੀ ਹੈ, ਤਖਤ ਕੀ ਨੇ, ਤਖਤ ਕੀ ਨੇ ਔਰ ਤਖਤਾਂ ਦੇ ਜਥੇਦਾਰ ਕੀ ਨੇ, ਇਹ ਤਾਂ ਸਮਝਣਾ ਪਊਗਾ। ਜਦੋਂ ਵੀ 5 ਤਖਤਾਂ ਦੇ ਜਥੇਦਾਰ ਕਿਸੇ ਮਸਲੇ ਦੇ ਉੱਤੇ ਬੈਠਕ ਕਰਦੇ ਨੇ, ਮੀਟਿੰਗ ਕਰਦੇ ਨੇ, ਗੁਰਮਤਾ ਕਰਦੇ ਨੇ, ਤੇ ਫਿਰ ਕੀ ਗੱਲ ਉਹ ਗੁਰੂ ਦੀ ਰੋਸ਼ਨੀ ਤੋਂ ਪਾਸੇ ਰਹਿੰਦੇ ਨੇ? ਉਹਨਾਂ ਨੂੰ ਗੁਰਮਤ ਦਾ ਨਹੀਂ ਪਤਾ, ਉਹਨਾਂ ਨੂੰ ਸਿੱਖ ਇਤਿਹਾਸ ਦਾ ਨਹੀਂ ਪਤਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਅੰਗ ਗਲੀਆਂ ਤੇ ਰੂੜੀਆਂ 'ਚ ਖਿਲਾਰ ਦਿੱਤੇ। ਨਾ ਕਿਸੇ ਜਥੇਦਾਰ ਨੇ, ਨਾ ਕਿਸੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਨਾ ਪ੍ਰਧਾਨ, ਨਾ ਪੂਰੀ ਕਮੇਟੀ ਨੇ ਕੋਈ ਰੋਸ ਨਹੀਂ ਕੀਤਾ। ਖੰਡਾ ਫੜ ਕੇ ਮੈਦਾਨ 'ਚ ਤਾਂ ਆਉਣਾ ਹੀ ਕਿਹੜੀ ਗੱਲ ਸੀ? ਫਿਰ ਮੈਨੂੰ ਦੱਸੋ, ਜਿਹੜੇ ਬੰਦੇ ਇਹ ਰੁਤਬਾ ਹੀ ਨਹੀਂ ਰੱਖਦੇ, ਤੁਸੀਂ ਮੈਨੂੰ ਵਾਰੀ-ਵਾਰੀ ਉਹਨਾਂ ਨੂੰ ਜਥੇਦਾਰੀ ਵਾਲੀ ਗੱਲ ਤੇ ਕਿਉਂ ਲਿਆਉਂਦੇ? ਮੈਂ ਕਹਿੰਦਾ ਨਹੀਂ, ਇਹ ਕੌਮ ਦੇ ਨਾਲ ਧੋਖਾ ਹੋਇਆ, ਇਹ ਕੌਮ ਦੇ ਨਾਲ ਧੋਖਾ ਹੋਇਆ ਸੀ, ਪਰ ਹੁਣ ਨਹੀਂ ਹੋਊਗਾ। ਜਿਹੜੀ ਇਹ 2 ਸਾਲ ਦੀ ਨਿਰੰਤਰ ਬਰਗਾੜੀ ਮੋਰਚੇ ਤੋਂ ਬਾਅਦ ਜਿਹੜੀ ਤੁਹਾਡੀ ਖਾਮੋਸ਼ੀ ਆ, ਚਾਹੇ ਆਪ ਜੀ ਹੋ, ਚਾਹੇ ਜਥੇਦਾਰ ਦਾਦੂਵਾਲ ਨੇ, ਚਾਹੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ, ਇਸ ਖਾਮੋਸ਼ੀ ਨੇ ਕੌਮ ਨੂੰ ਬਿਲਕੁਲ ਇੱਕ ਰਸਾਤਲ ਵੱਲ ਤੋੜ ਦਿੱਤਾ। ਐਸਾ ਕੁਛ ਨਹੀਂ ਕਰਦੀ ਵੀ ਕਿਸੇ ਨੂੰ, ਐਸਾ ਕੁਛ ਨਹੀਂ।
ਮੈਂ ਕਦੋਂ ਕਹਿੰਦਾ ਵੀ ਕੌਮ ਮੇਰੇ ਤੇ ਵਿਸ਼ਵਾਸ ਕਰੇ। ਮੈਂ ਇਹ ਨਹੀਂ ਕਹਿੰਦਾ ਵੀ ਸੁਣ ਲਓ ਗੱਲ, ਮੈਂ ਇਹ ਨਹੀਂ ਕਹਿੰਦਾ ਵੀ ਕੌਮ ਕਰ ਲਵੇ ਵਿਸ਼ਵਾਸ। ਜਿੰਨੇ ਕਰਨਾ ਉਹ ਕਰੇ, ਜਿੰਨੇ ਨਹੀਂ ਕਰਨਾ ਉਹ ਨਾ ਕਰੇ। ਪਰ ਮੇਰਾ ਪਰਿਵਾਰ ਤੇ ਮੈਂ ਕੌਮ ਲਈ ਲੜੇ ਆ ਤੇ ਲੜਾਂਗੇ। ਸਾਨੂੰ ਲੜਨਾ ਆਉਂਦਾ, ਮਾੜੇ ਨਾਲ ਅਸੀਂ ਲੜਦੇ ਨਹੀਂ, ਤਗੜੇ ਦੀ ਅਸੀਂ ਗਿੱਚੀ ਫੜਦੇ ਆ। ਗਿੱਚੀ ਭਾਵੇਂ ਉਹ ਧਾਰਮਿਕ ਕਿਸੇ ਵੱਡੇ ਅਹੁਦੇ ਤੇ ਬੈਠਾ ਹੋਵੇ, ਭਾਵੇਂ ਉਹ ਸਿਆਸੀ ਕਿਸੇ ਵੱਡੇ ਅਹੁਦੇ ਤੇ ਬੈਠਾ ਹੋਵੇ। ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਅੰਗ ਸੰਗ ਹੋਣਗੇ, ਕੋਈ ਪਰਵਾਹ ਨਹੀਂ ਜੀ। ਅਕਾਲ ਤਖਤ ਸਰਵਉੱਚ, ਘਬਰਾਓ ਨਾ ਤੁਸੀਂ, ਸਾਰਾ ਕੁਝ ਠੀਕ ਹੋ ਜਾਊਗਾ, ਘਬਰਾਓ ਨਾ। ਤਾਂ ਮੈਂ ਗੱਲ ਕਰਨੀ ਚਾਹੂੰਗਾ, ਗੁਰਦੁਆਰਾ ਸਾਹਿਬ ਵਾਲਾ ਸਰੂਪ ਚੋਰੀ ਹੁੰਦੇ ਆ, ਉਸ ਤੋਂ ਬਾਅਦ ਬੇਅਦਬੀਆਂ ਹੁੰਦੀਆਂ ਵਾ। ਸੰਗਤ ਸੜਕਾਂ ਤੇ ਸੀ, ਅਕਾਲੀ ਦਲ ਦੀ ਸਰਕਾਰ ਸੀ। ਪਿੰਡ ਕਲਿਆਣ ਤੋਂ ਵੀ ਉਸੇ ਤਰ੍ਹਾਂ ਹੀ ਇੱਕ ਸਰੂਪ ਚੋਰੀ ਹੋ ਰਿਹਾ ਵਾ। ਕੁਝ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਜਾ ਕੇ ਜ਼ਰੂਰ ਰੋਸ ਕਰ ਰਹੇ ਆ, ਪਰ ਉਹ ਅਕਾਲੀ ਦਲ ਵੇਲੇ ਜੋ ਬਾਹਰ ਰੋਡ ਜਾਮ ਕੀਤੇ ਸੀ, ਪ੍ਰਦਰਸ਼ਨ ਕੀਤੇ ਸੀ, ਉਸ ਤਰ੍ਹਾਂ ਦਾ ਕੁਝ ਨਹੀਂ ਲੱਗ ਰਿਹਾ। ਅਕਾਲੀ ਦਲ ਵੀ ਬੜੇ ਵੱਡੇ ਸਵਾਲ ਖੜੇ ਕਰ ਰਿਹਾ ਇਸ ਕੰਮ। ਇੱਕ ਤੁਸੀਂ ਕਹਾਵਤ ਨਹੀਂ ਸੁਣੀ, ਕਹਿੰਦੇ ਛੱਜ ਤੇ ਬੋਲੇ ਛਾਨਣੀ ਕਿਉਂ। ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ, ਉਹਦੀ ਜਥੇਬੰਦੀ ਮੈਨੂੰ ਸਪਸ਼ਟਤਾ ਕਰੇ, ਜਦੋਂ ਇਹਨਾਂ ਦਾ ਰਾਜ ਸੀ ਉਦੋਂ ਕੀ ਹੋਇਆ। ਇਹ ਤਾਂ 2015 ਤੋਂ ਪਹਿਲਾਂ ਦਾ ਉੱਥੋਂ ਦਾ ਸਰੂਪ ਚੋਰੀ ਹੋਇਆ। ਇਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਕੀ ਗੱਲ ਹੈ ਜੀ? ਕਿਉਂ ਨਹੀਂ ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ੀ ਫੜੇ? ਕਿਉਂ ਨਹੀਂ ਸਜ਼ਾ ਦਿੱਤੀ? ਸਗੋਂ ਗੋਲੀਆਂ ਮਾਰਨ ਦੀ ਆਰਡਰ ਦਿੰਦੇ ਹੋ ਤੁਸੀਂ। ਚਲਾ ਦਿਓ ਗੋਲੀਆਂ, ਜਿਹੜੇ ਇਨਸਾਫ ਮੰਗਦੇ ਨੇ। ਕਿੰਨੇ ਕੁ ਮਾਰ ਲੋਗੇ? ਮਾਰੋ। ਅਸੀਂ ਸ਼ਾਂਤਮਈ ਲੜਾਈ ਲੜਦੇ ਹਾਂ ਸਿੰਘ ਸਾਹਿਬ, ਸਾਰੀ ਸੰਗਤ ਸੁਣ ਲਵੇ, ਪੂਰੀ ਦੁਨੀਆ ਸੁਣ ਲਵੇ। ਬਰਗਾੜੀ ਦਾ ਮੋਰਚਾ 6.5 ਮਹੀਨੇ ਚੱਲਿਆ। ਕਿਸੇ ਨੂੰ ਝਰੀਟ ਆਈ ਤਾਂ ਦੱਸੋ, ਕਿਸੇ ਦਾ ਨੁਕਸਾਨ ਹੋਇਆ ਤਾਂ ਦੱਸੋ, ਉਹਦੇ ਫਾਇਦੇ ਹੋਏ ਕਿ ਨਹੀਂ ਹੋਏ, ਬਾਅਦ 'ਚ ਕਰਾਂ ਗੱਲ। ਜਰਨੈਲ ਆਪਣੇ ਫੈਸਲੇ ਲੈਂਦੇ ਨੇ, ਪਿੱਛੇ ਵੀ ਪੈਰ ਰੱਖਦੇ ਨੇ, ਅੱਗੇ ਵੀ ਆਉਂਦੇ ਨੇ, ਪਰ ਹਾਰ ਨਹੀਂ। ਅਸੀਂ 6 ਤਰੀਕ ਦਿੱਤੀ ਹੋਈ ਹੈ ਸਰਦਾਰ ਸਾਹਿਬ, 6 ਸਤੰਬਰ ਦਿੱਤਾ ਹੋਇਆ। ਮੈਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਹੈ ਕਿ ਨਹੀਂ, ਜਿਹੜਾ ਤੁਸੀਂ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ 'ਚ ਆ ਕੇ ਵਾਅਦਾ ਕਰਕੇ ਗਏ ਹੋ, 2 ਮੰਤਰੀ ਤੇ 3 MLA, ਲਿਖਤੀ ਰੂਪ ਵਿੱਚ ਸਰਕਾਰ ਵੱਲੋਂ ਲਿਆਏ ਹੋ ਕਿ ਅਸੀਂ ਬਾਕੀ ਜਿਹੜਾ ਕੁਝ ਰਹਿ ਗਿਆ ਉਹਨੂੰ ਅਸੀਂ ਪੂਰਾ ਕਰਾਂਗੇ। ਅਗਰ ਨਹੀਂ ਕਰਾਂਗੇ, ਗੁਰੂ ਦੀ ਸੰਗਤ, ਗੁਰੂ ਗ੍ਰੰਥ ਸਾਹਿਬ ਸਾਨੂੰ ਮਾਫ ਨਹੀਂ ਕਰਨਗੇ ਤੇ ਸਾਡਾ ਹਾਲ ਵੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਮਾੜਾ ਹੋਊਗਾ। ਆਪਾਂ ਮੌਕਾ ਦਿੱਤਾ, ਜਿਹੜੇ ਮੇਰੇ ਆਲੋਚਕ ਸੀ ਨਾ, ਜਿਹੜੇ ਮੇਰੇ ਵਿਰੁੱਧ ਬੋਲਦੇ ਨੇ, ਉਹ ਕਿਸੇ ਵੀ ਧੜੇ ਸੰਪਰਦਾ ਨਾਲ ਸੰਬੰਧ ਰੱਖਦੇ ਹੋਣ, ਆਪਾਂ ਸਾਰਿਆਂ ਨੂੰ ਮੌਕਾ ਦਿੱਤਾ ਬਈ ਆਓ ਮੈਦਾਨ ਪਿਆ, ਜਿਹੜਾ ਮਰਜ਼ੀ ਸਾਹਮਣੇ ਆਓ, ਚੁੱਕੋ ਖੰਡੇ ਦੇ ਉੱਤੇ, ਰੱਖੋ ਆਪਣਾ ਹੱਥ, ਆਓ ਮੈਦਾਨ ਦੇ ਵਿੱਚ। ਬਟਨ ਆਪਣੇ ਸਰਦਾਰ ਸਾਹਿਬ ਬਹੁਤ ਸੌਖੇ ਨੇ, ਪਰ 1.5 ਸਾਲ ਹੋ ਗਿਆ ਕੋਈ ਨਿਤਰਿਆ ਨਹੀਂ ਮੈਦਾਨ ਦੇ ਵਿੱਚ, ਤੇ ਸਰਕਾਰ ਆਪਣੇ ਫਰਜ਼ ਤੋਂ ਭੱਜ ਗਈ। ਇਹਨੇ ਵਾਅਦਾ ਖਿਲਾਫੀ ਕੀਤੀ ਆ, ਤੇ 6 ਤਰੀਕ ਨੂੰ ਮੈਂ ਦੱਸਾਂਗਾ, 6 ਤਰੀਕ ਨੂੰ ਮੈਂ ਦੱਸਾਂਗਾ ਕਿ ਕੈਪਟਨ ਅਮਰਿੰਦਰ ਸਿੰਘ, ਉਹਦੀ ਸਰਕਾਰ ਜਾਂ ਮੋਦੀ ਸਰਕਾਰ, ਜਿਹਨੇ ਪਿਛਲੇ ਜੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਅਵਤਾਰ ਪੁਰਬ ਦੇ ਉੱਤੇ ਇੱਕ ਬਿਆਨ ਦਿੱਤਾ ਸੀ, ਉਹ ਜਿਹੜੀਆਂ ਸਿਫਾਰਿਸ਼ ਸੀ ਨਾ, ਜਾਂ ਜਿਹੜਾ ਦਬਾਅ ਸੀ ਬਰਗਾੜੀ ਮੋਰਚੇ ਦਾ, 9 ਕੈਦੀ ਜਿਹੜੇ ਸਿੰਘ ਉਹ ਰਿਹਾ ਕਰਾਂਗੇ, ਮੁੜ ਕੇ ਵਾਪਸ ਲੈ ਲਿਆ। ਇਹ ਸਿੱਖਾਂ ਨਾਲ ਮਖੌਲ ਕਰਦੇ ਹੋ ਤੁਸੀਂ। ਕੀ ਸਮਝਦੇ ਹੋ ਆਪਣੇ ਆਪ ਨੂੰ? ਅਸੀਂ ਸਾਰਾ ਕੁਝ ਠੀਕ ਕਰਾਂਗੇ। 6 ਤਰੀਕ ਨੂੰ ਦੱਸੂਗਾ ਮੈਂ ਕੀ ਕਰਨਾ। ਜਿਹੜੀਆਂ ਸਾਡੀਆਂ ਅਕਸਰ ਜਿਹੜੀਆਂ ਇਸ ਵੇਲੇ ਜਥੇਬੰਦੀਆਂ ਨੇ, ਉਹ ਇਕਬਾਲ ਨੂੰ ਸੱਦਣ ਤੋਂ ਗੁਰੇਜ਼ ਨਹੀਂ ਕਰਨਗੀਆਂ। ਇਹ ਜੋ ਕੁਝ ਸਾਡੇ ਆਲੇ ਦੁਆਲੇ ਵਿਚਰਦਾ ਪਿਆ ਸਾਹਮਣੇ ਆ, ਬਹੁਤ ਸਾਰੇ ਲੋਕ ਐਸੇ ਨੇ। ਗਿਆਨੀ ਗੁਰਬਚਨ ਸਿੰਘ, ਇਹਨਾਂ ਨੂੰ ਛੇਕਿਆ ਗਿਆ, ਉਸ ਵੇਲੇ ਰੱਦ ਕੀਤਾ ਗਿਆ, ਰੁਤਬਾ ਰੱਦ ਕੀਤਾ ਗਿਆ। ਇਹ ਲੋਕ ਅੱਜ ਧਰਮ ਪ੍ਰਚਾਰ ਦੀ ਆੜ 'ਚ ਤੁਰੇ ਫਿਰਦੇ ਨੇ ਕਿਤੇ ਨਾ ਕਿਤੇ। ਤੇ ਕੀ ਕਿਸ ਤਰ੍ਹਾਂ ਦਾ ਸੰਦੇਸ਼ ਜਾਣਾ ਚਾਹੀਦਾ? ਸਰਦਾਰ ਸਾਹਿਬ, ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਇਹ ਤਾਂ ਬੜਾ ਪੰਥ ਦਾ ਵੱਡਾ ਪਰਿਵਾਰ ਹੈ ਜੀ। ਇੱਥੇ ਤੇ ਕਿਸੇ ਦੀ ਕਿਸੇ ਨਾਲ ਬਣਦੀ ਆ, ਕਿਸੇ ਦੀ ਕਿਸੇ ਦੇ ਨਾਲ ਨਹੀਂ ਬਣਦੀ, ਪਰ ਜਿਹੜਾ ਇੱਕ ਬੰਦੇ ਦਾ ਨਿੱਜੀ ਪਰਿਵਾਰ ਹੁੰਦਾ ਹੈ, ਉਹ ਵੀ ਕੋਈ ਬੰਦਾ ਹੀ ਠੀਕ ਚਲਾਉਂਦਾ, ਉੱਥੇ ਵੀ ਗੜਬੜ ਹੁੰਦੀ ਹੈ। ਕਈ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੁੰਦੇ ਆ, ਅਕਾਲੀ ਦਲ ਅੰਦਰ ਵੜ ਜਾਂਦਾ, ਉਸ ਤੋਂ ਬਾਅਦ 'ਚ ਲੋਕ ਸੜਕਾਂ ਤੇ ਹੁੰਦੇ ਆ, ਕਿਉਂਕਿ ਉਸ ਤੋਂ ਬਾਅਦ ਗੁਰੂ ਮਹਾਰਾਜ ਦੀਆਂ ਬੇਇੱਜ਼ਤੀਆਂ ਹੋਈਆਂ। ਹੁਣ ਫੇਰ ਉਹੀ ਘਟਨਾ ਵਾਪਰੀ ਆ ਪਟਿਆਲੇ ਦੇ ਲਾਗੇ ਪਿੰਡ ਕਲਿਆਣ ਤੋਂ, ਸਰੂਪ ਚੋਰੀ ਹੋ ਚੁੱਕੇ ਆ। ਅਕਾਲੀ ਦਲ ਸੜਕਾਂ ਦੇ ਉੱਤੇ ਆ, ਸ਼ਾਇਦ ਧਾਰਮਿਕ ਜਥੇਬੰਦੀਆਂ ਕੁਛ ਨਾ ਕੁਛ ਤੇ ਪਹੁੰਚੀਆਂ, ਬਾਕੀ ਘਰਾਂ ਦੇ ਵਿੱਚ ਅਕਾਲੀ ਦਲ ਵੀ ਸਵਾਲ ਖੜੇ ਕਰ ਰਿਹਾ। ਉਹ ਕਹਿੰਦੇ ਜਦੋਂ ਅਕਾਲੀ ਦਲ ਦਾ ਰਾਜ ਸੀ ਹਰ ਕੋਈ ਬਾਹਰ ਸੀ, ਪਰ ਅੱਜ ਕਾਂਗਰਸ ਦਾ ਰਾਜ ਆ, ਧਾਰਮਿਕ ਜਥੇਬੰਦੀਆਂ ਕਿੱਥੇ ਆ? ਪਿੰਡ ਕਲਿਆਣ ਤੋਂ, ਗੁਰਦੁਆਰਾ ਸਾਹਿਬ ਤੋਂ ਫਿਰ ਸਰੂਪ ਚੋਰੀ ਹੋਏ ਆ। ਧਿਆਨ ਸਿੰਘ ਮੰਡ ਅੱਜ ਜਿਹੜੇ ਕਿ ਅਕਾਲ ਤਖਤ ਸਾਹਿਬ ਤੇ ਆਇਆ, ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਤੇ, ਜਦੋਂ ਪ੍ਰੈਸ ਨੇ ਸਵਾਲ ਪੁੱਛਿਆ ਕਿ ਕਿੱਥੇ ਆ ਤੁਹਾਡੇ ਨਾਲ ਦੇ,
ਸਿੰਘ ਸਾਹਿਬ ਬਲਜੀਤ ਸਿੰਘ ਦਾਦੂਵਾਲ ਕਿਤੇ ਹੈਗੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਉਹਨਾਂ ਕਿਹਾ ਕਈ ਯਾਰ ਭਾਂਡੇ ਖੜਕ ਜਾਂਦੇ ਆ ਪਰ ਉਹ ਦੂਰ ਨਹੀਂ ਹੈਗੇ, ਮੇਰੇ ਨਾਲ ਹੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋਵਾਂਗੇ। ਜਥੇਦਾਰ ਜਿਹੜੇ ਹੈਗੇ ਸੀ ਸਰਬੱਤ ਖਾਲਸਾ ਉਹ ਥਾਪੇ ਗਏ, ਉਹ ਸਾਰੇ ਇਕੱਠੇ ਹੀ ਆ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਅੱਜ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਕਿ ਸਰਬੱਤ ਖਾਲਸਾ ਵੱਲੋਂ ਥਾਪੇ ਹੋਏ ਜਥੇਦਾਰਾਂ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ, ਜਿਹਨੂੰ ਪਹਿਲਾਂ ਗਿਆਨੀ ਇਕਬਾਲ ਸਿੰਘ ਕਿਹਾ ਜਾਂਦਾ ਸੀ, ਅੱਜ ਤੋਂ ਬਾਅਦ ਉਹਨਾਂ ਪੰਥਕ ਫੈਸਲਾ ਨਾਲ ਕਿਹਾ ਕਿ ਕੋਈ ਵੀ ਗਿਆਨੀ ਸਿੰਘ ਜਥੇਦਾਰ ਸ਼ਬਦ ਨਾ ਲਾਵੇ, ਕੇਵਲ ਇਕਬਾਲ ਕਿਹਾ ਜਾਵੇ, ਕਿਉਂਕਿ ਉਹਨਾਂ ਨੇ ਜੋ ਘਿਨਾਉਣੀ ਹਰਕਤ ਕੀਤੀ ਆ ਉਹ ਤੋਂ ਬਾਅਦ ਦੇ ਵਿੱਚ ਉਹਨਾਂ ਸਪਸ਼ਟੀਕਰਨ ਵੀ ਅਕਾਲ ਤਖਤ ਸਾਹਿਬ ਤੇ ਪੇਸ਼ ਨਹੀਂ ਕੀਤਾ। ਮੋਦੀ ਮਸਲੇ ਤੇ ਖੁੱਲ੍ਹ ਕੇ ਬੋਲੇ ਆ ਕਿ ਮੋਦੀ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਵਾ 27 ਤਰੀਕ ਤੱਕ, ਜੇ ਉਹਨਾਂ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਆਉਂਦਾ ਅਕਾਲ ਤਖਤ ਸਾਹਿਬ ਤੋਂ ਇੱਕ ਵੱਡਾ ਫੈਸਲਾ ਹੋਊਗਾ। ਹਾਂ, ਬਰਗਾੜੀ ਮੁੱਦੇ ਦੀ ਜਦੋਂ ਗੱਲ ਹੋਈ ਆ, ਬਰਗਾੜੀ ਦੇ ਵਿੱਚ 6 ਤਰੀਕ ਦਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਟਾਈਮ ਦਿੱਤਾ ਕਿ ਜੇ 6 ਤਰੀਕ ਤੱਕ ਤੁਹਾਡੇ ਨੁਮਾਇੰਦੇ ਸਾਡੇ ਕੋਲ ਪਹੁੰਚੇ ਸੀ, ਉਹਨਾਂ ਨੇ ਜੋ ਫੈਸਲੇ ਸਾਡੇ ਨਾਲ ਕੀਤੇ ਸੀ, ਜੋ ਫੈਸਲੇ ਲਾਗੂ ਨਹੀਂ ਹੋਣਗੇ 6 ਤਰੀਕ ਤੋਂ ਬਾਅਦ ਫਿਰ ਸੰਘਰਸ਼ ਵਿੱਢਿਆ ਜਾਊਗਾ। ਸਰਬੱਤ ਖਾਲਸਾ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਜਿਹੜੇ ਅਕਾਲ ਤਖਤ ਸਾਹਿਬ ਦੇ ਪਹੁੰਚੇ ਆ, ਉਹਨਾਂ ਵੱਲੋਂ ਤਿੰਨਾਂ ਮੁੱਦਿਆਂ ਤੇ ਖੁੱਲ੍ਹ ਕੇ ਗੱਲਬਾਤ ਕੀਤੀ ਆ। ਗਿਆਨੀ ਇਕਬਾਲ ਦੇ, ਦੂਜੇ ਪਾਸੇ ਆਪਾਂ ਇਹ ਗੱਲ ਕਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੇ ਮੁੱਦੇ ਦੀ, ਤੇ ਹਾਂ ਬਰਗਾੜੀ ਮਸਲੇ ਤੋਂ ਉਹਨਾਂ ਕਿਹਾ ਕਿ 6 ਤਰੀਕ ਦਾ ਅਸੀਂ ਫਿਰ ਸਰਕਾਰ ਨੂੰ ਟਾਈਮ ਦਿੰਦੇ ਹਾਂ। ਜੇ 6 ਤਰੀਕ ਤੱਕ ਇਹ ਕੋਈ ਦੋਸ਼ੀਆਂ ਤੇ ਕਾਰਵਾਈ ਨਹੀਂ ਹੁੰਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਬਰਗਾੜੀ ਤੋਂ ਬਾਅਦ ਦੇ ਵਿੱਚ ਇੱਕ ਵੱਖਰਾ ਸੰਘਰਸ਼ ਉਲੀਕਿਆ ਜਾਊਗਾ। ਵੇਖਦੇ ਆ ਸਾਰੇ ਜਥੇਦਾਰ ਇਕੱਠੇ ਹੋ ਕੇ ਸੰਘਰਸ਼ ਉਲੀਕਦੇ ਆ ਜਾਂ ਇਕੱਲੇ ਧਿਆਨ ਸਿੰਘ ਮੰਡ ਅੱਗੇ ਹੋ ਕੇ ਧਿਆਨ ਸਿੰਘ ਮੰਡ ਦੀ ਅਗਵਾਈ ਦੇ ਵਿੱਚ ਸੰਘਰਸ਼ ਉਲੀਕਿਆ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।